ਦੋਸਤੋ ਅੱਜ ਆਪਾਂ ਵਿਚਾਰ ਕਰਦੇ ਹਾਂ ਜਿਹੜਾ ਇਸ ਵਕਤ ਕਿਸਾਨ ਸੰਘਰਸ਼ ਜਿਹੜਾ 26 ਤਰੀਕ ਦੀ ਟਰੈਕਟਰ ਪਰੇਡ ਨੂੰ ਲੈ ਕੇ ਦੋ ਵਿਚਾਰਧਾਰਾਵਾਂ ਬਣੀਆਂ ਨਜ਼ਰ ਆ ਰਹੀਆਂ ਸਾਨੂੰ ਉੱਥੋਂ। ਇੱਕ ਵਿਚਾਰਧਾਰਾ ਇਹ ਹੈਗੀ ਆ ਕਿ ਆਪਾਂ ਦਿੱਲੀ ਦੇ ਲਾਲ ਕਿਲੇ ਤੇ ਧਾਵਾ ਬੋਲੀਏ ਜਾਂ ਪਾਰਲੀਮੈਂਟ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰੀਏ। ਇਹ ਵਿਚਾਰਧਾਰਾ ਸਾਡੇ ਜਿਹੜੇ ਨੌਜਵਾਨ ਨੇ ਨਾ, ਕਿਉਂਕਿ ਉਹਨਾਂ 'ਚ ਜਜ਼ਬਾ ਹੁੰਦਾ ਵਾ, ਉਹਨਾਂ 'ਚ ਕੀ ਕਹਿੰਦੇ ਕਿ ਜੋਸ਼ ਬਹੁਤ ਹੁੰਦਾ ਵਾ। ਇੱਕ ਵਿਚਾਰਧਾਰਾ ਇਹ ਹੈ। ਦੂਸਰੀ ਵਿਚਾਰਧਾਰਾ ਜਿਹੜੀ ਮੈਚੁਰਡ ਲੀਡਰਸ਼ਿਪ ਹੈ, ਜਿਹੜੀ ਕਿਸਾਨ ਜਥੇਬੰਦੀਆਂ ਦੀ, ਜਿੱਦਾਂ ਕੱਲ ਮੈਂ ਤਕਰੀਰ ਸੁਣੀ ਬਲਬੀਰ ਸਿੰਘ ਰਾਜੇਵਾਲ, ਜਿਹੜੇ ਇੱਕ ਬੜੇ ਸੁਲਝੇ ਹੋਏ ਤੇ ਬੜੇ ਪੁਰਾਣੇ ਕਿਸਾਨ ਹਿਤੈਸ਼ੀ ਨੇ, ਕਿਸਾਨਾਂ ਲਈ ਸੰਘਰਸ਼ ਕਰਦੇ ਨੇ। ਉਹਨਾਂ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਆਪਾਂ ਹਰ ਕੀਮਤ ਤੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਵਾ, ਕਿਉਂਕਿ ਜਿੰਨੀ ਦੇਰ ਤੱਕ ਸ਼ਾਂਤਮਈ ਰਹੇਗਾ ਉਨੀ ਦੇਰ ਤੱਕ ਸਾਰੀ ਦੁਨੀਆ ਦੀ ਸਪੋਰਟ ਆ ਰਹੀ ਆ, ਸਾਰੇ ਧਰਮਾਂ ਦੀ ਸਪੋਰਟ ਆ ਰਹੀ ਆ, ਸਾਰੇ ਵਰਗਾਂ ਦੀ ਸਪੋਰਟ ਆ ਰਹੀ ਆ, ਔਰ ਇਹ ਅੰਦੋਲਨ ਇੱਕ ਨਿਰਪੱਖ ਤੇ ਕਿਸਾਨ ਅੰਦੋਲਨ ਨਜ਼ਰ ਆ ਰਿਹਾ ਵਾ। ਜਿੱਦਣ ਉਹਨਾਂ ਦੇ ਮੁਤਾਬਕ, ਜਾਂ ਮੈਂ ਵੀ ਕਹਿ ਸਕਦਾ ਕਿ ਜਿੱਦਣ ਆਪਾਂ ਕੋਈ ਧਾਵਾ ਬੋਲਿਆ, ਕੋਈ ਮੋਹਰੇ ਹੋ ਕੇ ਆਪਾਂ ਟਕਰਾਓ ਦੀ ਨੀਤੀ ਅਪਣਾਈ, ਸੁਭਾਵਕ ਹੈ ਕਿ ਇਸ ਟਕਰਾਓ ਦੀ ਨੀਤੀ ਵਿੱਚ ਜਦੋਂ ਤੁਸੀਂ ਦੇਖੋਗੇ ਤਸਵੀਰਾਂ ਜਾਂ ਮੋਹਰੇ ਆਉਣਗੇ ਤਾਂ ਉਹ ਪੰਜਾਬ ਦੇ ਨੌਜਵਾਨ ਹੋਣਗੇ, ਭਾਵ ਕਿ ਉਹ ਜ਼ਿਆਦਾ ਇੱਕ ਸਿੱਖ ਟਕਰਾਓ ਬਣ ਕੇ ਰਹਿ ਜਾਵੇਗਾ। ਔਰ ਅਗਰ ਉੱਥੇ 26 ਤਰੀਕ ਨੂੰ ਕਿਸੇ ਤਰ੍ਹਾਂ ਦੀ ਹਿੰਸਕ ਹੋ ਜਾਂਦੀ ਘਟਨਾ, ਕੋਈ ਗੋਲੀ ਚੱਲ ਜਾਂਦੀ, ਕੋਈ ਨੁਕਸਾਨ ਹੋ ਜਾਂਦਾ, ਤਾਂ ਮੈਂ ਸਮਝਦਾ ਕਿ ਸਿੱਧਾ ਬੀਜੇਪੀ ਨੂੰ ਇੱਕ ਹੈਂਡਲ ਮਿਲ ਜਾਏਗਾ। ਉਹਨਾਂ ਨੂੰ ਕੋਈ ਆਰਗੂਮੈਂਟ ਆ ਜਾਏਗੀ ਕਿ ਦੇਖੋ ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਸੀਗੇ ਕਿ ਇਹ ਲੋਕਾਂ ਦਾ ਉਦੇਸ਼, ਇਹਨਾਂ ਦਾ ਮਕਸਦ ਜਿਹੜਾ ਵਾ ਉਹ ਸਾਡੇ ਦੇਸ਼ ਦੀ ਏਕਤਾ ਅਖੰਡਤਾ, ਜਿੱਦਾਂ ਪਹਿਲਾਂ ਆਮ ਇਲਜ਼ਾਮ ਲਾਉਂਦੇ ਨੇ ਪੰਜਾਬ ਦੇ ਲੋਕਾਂ ਤੇ ਜਾਂ ਸਿੱਖਾਂ ਦੇ ਉੱਤੇ ਕਿ ਇਹ ਐਂਟੀ ਨੈਸ਼ਨਲ ਲੋਕ ਨੇ, ਇਹ ਗਰਮ ਦਲੀਏ ਨੇ ਵਗੈਰਾ ਵਗੈਰਾ ਕਹਿ ਕੇ ਉਹ ਆਪਣੇ ਸਾਰੇ ਅੰਦੋਲਨ ਨੂੰ ਇੱਕ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਉਹਦੇ ਚ ਬੀਜੇਪੀ ਨੂੰ ਸ਼ਾਇਦ ਪੋਲੀਟੀਕਲ ਤੌਰ ਤੇ ਲਾਭ ਵੀ ਹੋ ਸਕਦਾ ਕਿ ਉਹ ਦੂਸਰੀਆਂ ਕੌਮਾਂ ਨੂੰ ਪੋਲਰਾਈਜ਼ ਕਰਨ ਵਿੱਚ ਕਾਮਯਾਬ ਹੋ ਜਾਣਗੇ ਕਿ ਇਹ ਤਾਂ ਅਸਲ ਵਿੱਚ ਜਿਹੜਾ ਇਹ ਧਰਨਾ ਸੀ, ਮੁਜ਼ਾਹਰਾ ਸੀ, ਇਹ ਕਿਸਾਨਾਂ ਦਾ ਤਾਂ ਸਿਰਫ ਮੁਖੌਟਾ ਸੀਗਾ। ਇਹ ਤਾਂ ਪੰਜਾਬ ਦੇ ਉਹੀ ਲੋਕ ਨੇ ਜਿਹੜੇ ਪੰਜਾਬ ਦੇ ਗਰਮ ਦੌਰ ਦੇ ਵਿੱਚ ਲੋਕ ਐਕਟਿਵ ਸੀਗੇ। ਹਾਲਾਂਕਿ ਮੈਂ ਕਿਸੇ ਦੇ ਖਿਲਾਫ ਨਹੀਂਗਾ, ਮੈਂ ਬਿਲਕੁਲ ਨਿਰਪੱਖਤਾ ਨਾਲ ਕਹਿਣਾ ਚਾਹੁੰਦਾ ਵਾਂ ਕਿ ਇਸ ਅੰਦੋਲਨ ਨੂੰ ਜਿੰਨਾ ਆਪਾਂ ਪੀਸਫੁਲ ਰੱਖਾਂਗੇ, ਜਿੰਨਾ ਸੰਜਮ ਵਿੱਚ ਰਵਾਂਗੇ, ਉਨਾ ਇਸ ਅੰਦੋਲਨ ਦੀ ਕਾਮਯਾਬੀ ਆ। ਔਰ ਵੈਸੇ ਵੀ ਮੈਂ ਕਹਿਣਾ ਚਾਹੁੰਦਾ ਕਿ ਅੰਦੋਲਨ ਇਸ ਵਕਤ ਸਿਖਰਾਂ ਤੇ ਆ ਔਰ ਕਾਮਯਾਬ ਆ। ਠੀਕ ਆ, ਬੀਜੇਪੀ ਮੰਗਾਂ ਨਹੀਂ ਮੰਨ ਰਹੀ, ਉਹ ਇੱਥੇ ਤੱਕ ਤਾਂ ਆ ਗਈ ਆ ਵਾਇਆ ਸੁਪਰੀਮ ਕੋਰਟ ਕਿ ਅਸੀਂ ਇਹਨਾਂ ਲਾਜ਼ ਨੂੰ ਸਸਪੈਂਡ ਕਰ ਦਿੰਦੇ ਹਾਂ। ਦੋ ਕਾਨੂੰਨਾਂ ਨੂੰ ਪਹਿਲਾਂ ਬੀਜੇਪੀ ਸਵੀਕਾਰ ਕਰ ਚੁੱਕੀ ਹੈ। ਗੱਲ ਬਿਲਕੁਲ ਕਿਨਾਰੇ ਦੇ ਉੱਤੇ ਆ। ਔਰ ਅਗਰ ਫਰਜ਼ ਕਰੋ ਸ਼ਾਂਤਮਈ ਰੱਖਦੇ ਆ ਆਪਾਂ, ਟਰੈਕਟਰ ਪਰੇਡ ਜਿੱਦਾਂ, ਵੈਸੇ ਤਾਂ ਫੈਸਲਾ ਉਹਨਾਂ ਨੇ 16 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਲੈਣਾ, ਜੋ ਵੀ ਫੈਸਲਾ ਲੈਣਗੇ ਅਸੀਂ ਸਾਰੇ ਉਹਦੇ ਤੇ ਫੁੱਲ ਚੜਾਵਾਂਗੇ। ਪਰ ਅਗਰ ਟਰੈਕਟਰ ਪਰੇਡ ਇੱਕ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਿਸਾਨ ਜਥੇਬੰਦੀਆਂ ਕਰਦੀਆਂ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ, ਬਾਹਰ ਸਾਰੇ ਉੱਤੇ, ਉਹਦਾ ਵੀ ਇਫੈਕਟ ਉਨਾ ਹੀ ਆ। ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਇੱਕ ਪਾਸੇ ਅਗਰ ਰਿਪਬਲਿਕ ਡੇ ਦੀ ਪਰੇਡ ਦਿਖਾਉਣੀ ਆ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਵੀ ਜਾਵੇਗਾ ਕਿ ਜਿਹੜੇ ਕਿਸਾਨ ਨੇ, ਅੰਦੋਲਨਕਾਰੀ ਨੇ, ਇਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਮੂਲੀਅਤ, ਕਿਉਂਕਿ ਕਾਲਸ ਜਾਰੀਆਂ ਨੇ ਸਾਰੀਆਂ ਸਟੇਟਸ, ਪੰਜਾਬ ਦੇ ਵਿੱਚੋਂ ਵੀ ਬਹੁਤ, ਹਰ ਪਿੰਡ ਚੋਂ ਲੋਕ ਆਉਣ ਵਾਸਤੇ ਉਤਾਵਲੇ ਨੇ, ਤਿਆਰ ਨੇ ਕਿ ਅਸੀਂ ਸ਼ਮੂਲੀਅਤ ਕਰਨੀ ਹੈ 26 ਤਰੀਕ ਦੇ ਟਰੈਕਟਰ ਪਰੇਡ ਦੀ। ਰਾਜਸਥਾਨ, ਉੱਤਰ ਪ੍ਰਦੇਸ਼ ਜਾਂ ਹਰਿਆਣੇ ਦੇ ਲੋਕ ਵੀ ਇਸ ਵਕਤ ਇਸ ਕਾਲ ਤੇ ਜ਼ਰੂਰ ਅਵਸ਼ ਆਉਣਗੇ। ਅੱਜ ਅਗਰ ਆਪਣੀ ਗਿਣਤੀ ਮੰਨ ਲਈਏ ਕਿ ਆਪਾਂ 1.5 ਲੱਖ ਦੇ ਕਰੀਬ ਲੋਕ ਬੈਠੇ ਨੇ, ਇਹ 26 ਤਰੀਕ ਨੂੰ ਵੱਧ ਕੇ ਇਹ 5-6 ਲੱਖ ਲੋਕਾਂ ਦੀ ਵੀ ਹੋ ਸਕਦੀ ਹੈ। ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਇੱਕ ਪੀਸਫੁਲ ਡੈਮੋਨਸਟ੍ਰੇਸ਼ਨ ਰਾਹੀਂ ਇੱਕ ਬਹੁਤ ਵੱਡਾ ਮੈਸੇਜ ਸਾਡੇ ਦੇਸ਼ ਦੇ ਹਾਕਮਾਂ ਨੂੰ ਤਾਂ ਜਾਣਾ, ਲੇਕਿਨ ਇੰਟਰਨੈਸ਼ਨਲੀ, ਗਲੋਬਲੀ ਜਿਹੜਾ ਹੈ ਉਹ ਜਾਵੇਗਾ। ਇਹਦੇ ਨਾਲ ਆਪਣਾ ਜਿਹੜਾ ਟੀਚਾ ਹੈ, ਇਹਨਾਂ ਕਿਸਾਨ ਮੰਗਾਂ ਨੂੰ ਲੈ ਕੇ ਆਪਾਂ ਇੱਕ ਕਦਮ ਹੋਰ ਅੱਗੇ ਪਹੁੰਚ ਜਾਵਾਂਗੇ। ਔਰ ਬੀਜੇਪੀ ਦੇ ਕੋਲ ਕੋਈ ਤਰਕ ਨਹੀਂ ਹੋਵੇਗੀ, ਕੋਈ ਆਰਗੂਮੈਂਟ ਨਹੀਂ ਹੋਵੇਗੀ ਕਿ ਅਸੀਂ ਸ਼ਾਂਤਮਈ ਲੋਕੀ ਬੈਠੇ ਜਿਹੜੇ ਨੇ ਆਪਣੀਆਂ ਗੱਲਾਂ ਕਹਿ ਰਹੇ ਨੇ, ਇਹਨਾਂ ਦੀਆਂ ਗੱਲਾਂ ਕਿਉਂ ਸਵੀਕਾਰ ਨਹੀਂ ਕਰ ਰਹੇ। ਹੁਣ ਤੱਕ ਵੀ ਇਹੀ ਹੋ ਰਿਹਾ ਵਾ ਕਿ ਜਿੰਨੀਆਂ ਵੀ ਚਾਲਾਂ ਚੱਲੀਆਂ ਬੀਜੇਪੀ ਨੇ, ਆਪਾਂ ਨੂੰ ਖਾਲਿਸਤਾਨੀ ਕਹਿ ਕੇ, ਹੁੱਲੜਬਾਜ਼ ਕਹਿ ਕੇ, ਨਕਸਲਵਾਦੀ ਕਹਿ ਕੇ, ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਦੀਆਂ ਸਾਰੀਆਂ ਫਲॉप ਹੋ ਗਈਆਂ ਗੱਲਾਂ। ਇੱਥੋਂ ਤੱਕ ਕਿ ਜਿਹੜਾ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੇ ਇਨਵੋਲਵ ਕੀਤਾ ਨਾ, ਇਹ ਕੀਤਾ ਤਾਂ ਗਵਰਨਮੈਂਟ ਨਹੀਂ ਹੈ ਬੇਸਿਕਲੀ, ਤੇ ਸੁਪਰੀਮ ਕੋਰਟ ਨੇ ਲਾਜ਼ ਨੂੰ ਸਸਪੈਂਡ ਕੀਤਾ ਤੇ ਆਪਣੇ ਆਪ ਹੀ 4 ਮੈਂਬਰਸ ਦੀ ਕਮੇਟੀ ਜਿਹੜੀ ਬਣਾਤੀ ਸੀ, ਉਹ ਕੁਝ ਘੰਟਿਆਂ ਬਾਅਦ ਹੀ 4 ਮੈਂਬਰਸ ਦਾ ਜਿਹੜਾ ਪੱਖ ਸੀਗਾ ਉਹ ਸਾਹਮਣੇ ਲੈ ਆਂਦਾ ਲੋਕਾਂ ਨੇ ਕਿ ਇਹ ਤਾਂ 4 ਦੇ 4 ਮੈਂਬਰਸ ਜਿਹੜੇ ਨੇ ਇਹ ਇਹਨਾਂ
ਮੋਦੀ ਦੇ ਫਾਰਮ ਲਾਅਜ਼ ਨੂੰ ਸਪੋਰਟ ਕਰ ਚੁੱਕੇ ਨੇ ਔਰ ਇੰਨਾ ਪ੍ਰੈਸ਼ਰ ਵਧਿਆ ਕਿ ਭੁਪਿੰਦਰ ਸਿੰਘ ਮਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਵਿਡਰਾਅ ਕਰਨਾ ਪਿਆ ਉਸ ਕਮੇਟੀ ਦੇ ਵਿੱਚੋਂ। ਸੋ ਇੱਕ ਵਾਰ ਫਿਰ ਆਪਣੇ ਅੰਦੋਲਨ ਦੀ ਜਿੱਤ ਹੋਈ ਤੇ ਜਿਹੜਾ ਸੁਪਰੀਮ ਕੋਰਟ ਦਾ ਰਾਹ ਲੱਭਿਆ ਸੀਗਾ ਗਵਰਨਮੈਂਟ ਨੇ ਉਹ ਵੀ ਉਸ ਦੀ ਕੋਈ ਪਬਲਿਕ ਓਪੀਨੀਅਨ ਉਹਦਾ ਬਿਲਡ ਨਹੀਂ ਹੋ ਸਕਿਆ। ਤੁਸੀਂ ਇੱਕ ਦੇਖੋਗੇ ਕਿ ਗਵਰਨਮੈਂਟ ਨੇ ਦਿੱਲੀ ਪੁਲਿਸ ਤੋਂ ਇੱਕ ਪਟੀਸ਼ਨ ਪਵਾਈ ਹੋਈ ਆ ਸੁਪਰੀਮ ਕੋਰਟ 'ਚ ਕਿ ਜਿਹੜਾ 26 ਤਰੀਕ ਦਾ ਰਿਪਬਲਿਕ ਡੇ ਆ ਇਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਰੋਕਿਆ ਜਾਵੇ ਕਿ ਉਹ ਕਿਸੇ ਤਰ੍ਹਾਂ ਦੀ ਇਹਦੇ 'ਚ ਮੁਦਾਖਲਤ ਨਾ ਕਰਨ। ਹੁਣ ਜੇ ਆਪਾਂ ਕਹਿੰਦੇ ਕਿ ਅਸੀਂ ਧਾਵਾ ਬੋਲਣਾ ਵਾ ਤੇ 100% ਆਪਣਾ ਗਵਰਨਮੈਂਟ ਨੇ ਤਾਂ ਕੋਸ਼ਿਸ਼ ਕਰਨੀ ਹੈ ਹਰ ਮੁਮਕਿਨ ਕਿ ਸਾਡਾ ਰਿਪਬਲਿਕ ਡੇ ਦਾ ਫੰਕਸ਼ਨ ਜਿਹੜਾ ਉਹ ਖਰਾਬ ਨਾ ਹੋਵੇ, ਤਾਂ ਉੱਥੇ ਝਗੜਾ ਹੋ ਸਕਦਾ ਵਾ, ਉੱਥੇ ਲਾਠੀਚਾਰਜ ਹੋ ਸਕਦਾ, ਉੱਥੇ ਅਥਰੂ ਗੈਸ ਹੋ ਸਕਦੇ ਨੇ। ਔਰ ਜਿਹੜੇ ਕੁਝ ਲੋਕ ਹੁੰਦੇ ਨਾ ਜਿਹੜੇ ਆਪਣੇ ਆਪ ਨੂੰ ਆਗੂ ਲੋਕ ਕਹਿੰਦੇ ਨੇ, ਆਮ ਹੀ ਦੁਨੀਆ ਦੇ ਵਿੱਚ ਰਿਵਾਜ ਆ ਕਿ ਜਦੋਂ ਕੋਈ ਗੱਲ ਹਿੰਸਕ ਹੁੰਦੀ ਆ, ਗੋਲੀ ਚੱਲਦੀ ਆ, ਕਦੀ ਕੋਈ ਲੀਡਰ ਦਾ ਸ਼ਿਕਾਰ ਹੋਇਆ ਹੀ ਨਹੀਂਗਾ। ਭੋਲੇ ਭਾਲੇ ਲੋਕ ਜਿਹੜੇ ਜਜ਼ਬਾਤੀ ਹੋ ਕੇ ਉੱਥੇ ਗਏ ਹੁੰਦੇ ਨੇ, ਸ਼ਿਕਾਰ ਗੋਲੀਆਂ ਦੇ ਉਹ ਲੋਕ ਹੁੰਦੇ ਨੇ। ਔਰ ਫਰਜ਼ ਕਰੋ ਅਨਫੋਰਚੂਨੇਟਲੀ ਮੈਂ ਕਹਿ ਰਿਹਾ, ਵਾਹਿਗੁਰੂ ਨਾ ਕਰੇ, ਅਗਰ ਕੋਈ ਨੁਕਸਾਨ ਹੋ ਗਿਆ ਫਿਰ ਆਪਣੀ ਇੱਕ ਹੋਰ ਡਿਮਾਂਡ ਐਡ ਹੋ ਜਾਣੀ ਆ ਕਿ ਇਹ ਲੋਕ ਜਿਹੜੇ ਮਾਰੇ ਗਏ ਨੇ, ਇਹਨਾਂ ਲੋਕਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਨੇ, ਇਹਨਾਂ ਵਾਸਤੇ ਆਪਾਂ ਇਨਸਾਫ ਮੰਗਣਾ ਸ਼ੁਰੂ ਕਰ ਦਿਆਂਗੇ। ਜਿੱਦਾਂ 36 ਸਾਲ ਪਹਿਲਾਂ ਦਿੱਲੀ ਵਿੱਚ ਹਿੰਸਾ ਹੋਈ, ਅੱਜ ਤੱਕ ਆਪਾਂ ਨੂੰ ਇਨਸਾਫ ਨਹੀਂ ਮਿਲਿਆ। ਕਿੰਨਾ ਜ਼ੋਰ ਲੱਗ ਰਿਹਾ ਆਪਣੇ ਸਭ ਦਾ ਕਿ ਆਪਾਂ ਨੂੰ ਇੱਥੇ ਇਨਸਾਫ ਮਿਲਣਾ ਚਾਹੀਦਾ। ਤਾਂ ਆਪਾਂ ਇੱਕ ਨਵੀਂ ਗੱਲ ਕ੍ਰੀਏਟ ਕਰ ਲਾਂਗੇ। ਇਸ ਲਈ ਮੈਂ ਕਿਸਾਨ ਜਥੇਬੰਦੀਆਂ ਦੀ ਜਿਹੜੀ ਸੁਲਝੀ ਹੋਈ ਲੀਡਰਸ਼ਿਪ ਆ, ਮੈਂ ਸਮਝਦਾ ਕਿ ਉਹ ਵਧਾਈ ਦੇ ਪਾਤਰ ਨੇ ਕਿ ਅੱਜ ਤੱਕ ਉਹਨਾਂ ਨੇ ਬਹੁਤ ਆਪਣੇ ਆਪ ਨੂੰ ਰਿਸਟ੍ਰੇਨਟ ਵਿੱਚ ਰੱਖਿਆ, ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਿਆ। ਲੱਖਾਂ ਦੀ ਤਾਦਾਦ ਵਿੱਚ ਕਿੰਨੇ ਲੋਕ ਆਏ ਨੇ ਲੇਕਿਨ ਉੱਥੇ ਕੋਈ ਕੰਪਲੇਂਟ ਨਹੀਂ ਆਈ। ਉਲਟਾ ਸਾਡੇ ਨੌਜਵਾਨਾਂ ਨੇ ਉੱਥੇ ਜਿਹੜੇ ਹੁੱਲੜਬਾਜ਼ ਗਵਰਨਮੈਂਟ ਇਨਫਿਲਟਰੇਟ ਕਰਾਉਂਦੀ ਆ, ਭੇਜਦੀ ਆ, ਉਹਨਾਂ ਨੂੰ ਕਈ ਵਾਰ ਫੜ ਕੇ ਤੇ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤਾ। ਸੋ ਅੱਜ ਤੱਕ ਆਪਣਾ ਇਹ ਮੋਰਚਾ ਜਿਹੜਾ ਬਹੁਤ ਵੱਡੇ ਪੱਧਰ ਤੇ ਕਾਮਯਾਬ। ਠੀਕ ਹੈ, ਜਿਹੜਾ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਨਾਨ ਪੋਲੀਟੀਕਲ ਵੀ ਰੱਖਿਆ, ਇਹ ਵੀ ਬਿਲਕੁਲ ਠੀਕ ਫੈਸਲਾ ਵਾ, ਕੋਈ ਗਲਤ ਗੱਲ ਨਹੀਂ ਇਹਦੇ ਤੇ। ਔਰ ਸਿਆਸਤਦਾਨਾਂ ਨੂੰ ਵੀ ਇੱਕ ਸਮਝ ਲੈਣਾ ਚਾਹੀਦਾ ਵਾ ਕਿ ਤੁਸੀਂ ਕਾਫੀ ਅਰਸੇ ਤੋਂ ਜਿਹੜਾ ਅੱਜ ਜੇ ਪੰਜਾਬ ਦੀ ਇਕੱਲੀ ਗੱਲ ਕਰਨਾ ਤੇ ਅੱਜ ਨਿਕਾਰ ਹੈ ਤਾਂ ਉਹਦੇ ਲਈ ਸਾਰੇ ਜ਼ਿੰਮੇਵਾਰ ਨੇ। ਜਿਹੜੀਆਂ ਪਾਰਟੀਆਂ ਨੇ ਇੰਨੇ ਅਰਸੇ ਤੋਂ ਰਾਜ ਕੀਤਾ, ਉਹਨਾਂ ਨੂੰ ਇੱਕ ਵਾਰ ਪੜਚੋਲ ਕਰਨੀ ਚਾਹੀਦੀ ਹੈ ਕਿ ਇਹ ਨੌਬਤ ਹੀ ਕਿਉਂ ਆਈ ਕਿ ਸਾਡੇ ਪੰਜਾਬ ਦੇ ਕਿਸਾਨ ਆਤਮ ਹੱਤਿਆ ਕਰਨ, ਸਾਡੀਆਂ ਫਸਲਾਂ ਨਾ ਵਿਕਣ, ਸਾਡੇ ਭਾਅ ਠੀਕ ਨਾ ਮਿਲਣ। ਜਦ ਉਹਨਾਂ ਦੇ ਆਪਣੇ ਘਰ ਅੱਛੇ ਚੱਲਦੇ ਨੇ, ਵਪਾਰ ਅੱਛੇ ਚੱਲਦੇ ਨੇ, ਉਹਨਾਂ ਦੇ ਏਡੀਆਂ ਵੱਡੀਆਂ ਜਾਇਦਾਦਾਂ ਬਣ ਗਈਆਂ ਨੇ, ਵਿਦੇਸ਼ਾਂ 'ਚ ਬਣ ਗਈਆਂ ਨੇ, ਤੇ ਫਿਰ ਆਮ ਜਨਤਾ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਉਹਨਾਂ ਦੀ ਹੀ ਜ਼ਿੰਮੇਵਾਰੀ ਆ। ਤਾਂ ਹੀ ਉਹ ਕਿਸਾਨ ਜਥੇਬੰਦੀਆਂ ਨੇ ਪੋਲੀਟੀਕਲ ਲੀਡਰਸ਼ਿਪ ਨੂੰ ਇਸ ਮੋਰਚੇ ਤੋਂ ਬਾਹਰ ਰੱਖਿਆ। ਇਹ ਬਿਲਕੁਲ ਠੀਕ ਫੈਸਲਾ ਸੀਗਾ। ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਸਭ ਦੀ ਇਮਤਿਹਾਨ ਦੀ ਘੜੀ ਆ, ਆਪਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਿਲਕੁਲ ਜਿੱਤ ਦੇ ਕਿਨਾਰੇ ਤੇ ਖੜੇ ਆ। ਤੇ ਮੈਂ ਜਿਹੜੇ ਸਾਡੇ ਨੌਜਵਾਨ ਵੀਰ ਨੇ, ਮੈਨੂੰ ਪਤਾ ਉਹਨਾਂ ਦੇ ਜਜ਼ਬਾਤ ਨੇ, ਉਹ ਕੀ ਕਹਿੰਦੇ ਹੁੰਦੇ ਨੇ, ਅੱਕੇ ਹੋਏ ਨੇ, ਔਰ ਜਿਹੜੀ ਉਹਨਾਂ ਦਾ ਸਬਰ ਦਾ ਜਿਹੜਾ ਪਿਆਲਾ ਉਹ ਭਰਿਆ ਪਿਆ ਵਾ। ਔਰ ਉਹ ਕਹਿੰਦੇ ਨੇ ਕਿ ਅਸੀਂ ਆਰ-ਪਾਰ ਦੀ ਲੜਾਈ ਲੜਨੀ ਹੈ। ਠੀਕ ਹੈ, ਆਰ-ਪਾਰ ਦੀ ਲੜਾਈ ਸ਼ਾਂਤਮਈ ਢੰਗ ਨਾਲ ਵੀ ਲੜੀ ਜਾ ਸਕਦੀ। ਵੱਧ ਤੋਂ ਵੱਧ ਕੀ ਹੋਵੇਗਾ ਕਿ ਆਪਾਂ ਨੂੰ ਮਹੀਨਾ, 2 ਮਹੀਨੇ, 3 ਮਹੀਨੇ ਹੋਰ ਬੈਠਣਾ ਪਵੇਗਾ, ਤਾਂ ਉਹ ਸ਼ਾਂਤਮਈ ਢੰਗ ਨਾਲ ਜਿਹੜੀ ਜਿੱਤ ਹੋਵੇਗੀ ਉਹ ਬਹੁਤ ਸ਼ਾਨਦਾਰ ਹੋਵੇਗੀ। ਉਹਦੇ ਨਾਲ ਆਪਣਾ ਸਿਰ ਜਿਹੜਾ ਸਾਰੀ ਦੁਨੀਆ ਵਿੱਚ ਉੱਚਾ ਹੋਵੇਗਾ। ਇਸ ਲਈ ਮੇਰੀ ਆਪਣੇ ਸਤਿਕਾਰਯੋਗ ਨੌਜਵਾਨ ਵੀਰਾਂ ਨੂੰ ਇਹ ਅਪੀਲ ਹੈ ਕਿ ਆਪਾਂ ਕੋਈ ਵੀ ਗੱਲ ਇਦਾਂ ਨਹੀਂ ਨਾ ਕਹੀਏ। ਠੀਕ ਹੈ, ਆਪਾਂ ਜਦੋਂ ਕੋਈ ਗਰਮ ਗੱਲ ਕਰਦੇ ਨਾ, ਇੱਕ ਵਾਰ ਬਹੁਤ ਰਿਸਪੌਂਸ ਆਉਂਦਾ, ਬਹੁਤ ਨਾਰੇ ਵੱਜਦੇ ਨੇ, ਬਹੁਤ ਜਕਾਰੇ ਛੱਡਦੇ ਨੇ ਲੋਕ, ਪਰ ਜਿਹੜਾ ਨੁਕਸਾਨ ਹੋਵੇਗਾ, ਨੁਕਸਾਨ ਹੋਣ ਦਾ ਡਰ ਹੁੰਦਾ, ਉਹ ਬਹੁਤ ਭਿਆਨਕ ਹੈ, ਉਹਦੇ ਸਿੱਟੇ ਬੜੇ ਭਿਆਨਕ ਹੈ। ਇਸ ਲਈ ਮੇਰੀ ਸਤਿਕਾਰਯੋਗ ਸਾਰੇ ਹੀ ਆਗੂਆਂ ਨੂੰ, ਨੌਜਵਾਨ ਵੀਰਾਂ ਨੂੰ ਇਹ ਅਪੀਲ ਹੈ ਕਿ ਕਿਸਾਨ ਜਥੇਬੰਦੀਆਂ ਦੇ ਅਨੁਸਾਰ ਜੋ ਵੀ ਫੈਸਲਾ ਲੈਣਗੇ, ਜਿਸ 16 ਤਰੀਕ ਨੂੰ ਉਹ ਕਹਿੰਦੇ ਨੇ, ਫਰਜ਼ ਕਰੋ ਕਿ ਆਪਾਂ ਸਿਰਫ ਬਾਰਡਰਸ ਦੇ ਉੱਤੇ ਟਰੈਕਟਰ ਪਰੇਡ ਕਰਨੀ ਆ, ਇੱਕ ਪੈਰਲਲ ਪਰੇਡ ਕਰਨੀ ਆ 26 ਜਨਵਰੀ ਦੇ ਰਿਪਬਲਿਕ ਡੇ ਦੇ ਮੁਕਾਬਲੇ ਤੇ, ਤਾਂ ਆਪਾਂ ਨੂੰ ਉਹਨਾਂ ਦੀ ਗੱਲ ਦਾ ਆਦਰ ਕਰਨਾ ਚਾਹੀਦਾ। ਇਹੀ ਮੈਂ ਸਮਝਦਾ ਹਾਂ ਕਿ ਆਪਣੇ ਹਿੱਤ ਵਿੱਚ ਹੋਵੇਗਾ। ਤੁਸੀਂ ਸਾਰੇ ਇੱਕ ਵਾਰ ਬਹੁਤ ਵਧਾਈ ਦੇ ਪਾਤਰ ਹੋ। ਔਰ ਜਿਹੜਾ ਲੋਕਾਂ ਨੇ ਦੀਆਂ ਮੌਤਾਂ ਹੋਈਆਂ ਨੇ, ਸਾਡੀਆਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਮਦਰਦੀ, ਉਹਨਾਂ ਪਰਿਵਾਰਾਂ ਦੇ ਨਾਲ। ਔਰ ਜਿਹੜੇ ਲੋਕ ਇਹਦੇ 'ਚ ਯੋਗਦਾਨ ਪਾ ਰਹੇ ਨੇ ਸਾਰੀ ਦੁਨੀਆ 'ਚੋਂ, ਵਿਸ਼ਵ 'ਚੋਂ। ਅੱਜ ਵੀ ਮੈਂ ਗਾਜ਼ੀਪੁਰ ਬਾਰਡਰ ਤੇ ਜਾ ਰਿਹਾ, ਮੇਰੇ ਇੱਕ ਬਹੁਤ ਕਰੀਬੀ ਰਿਸ਼ਤੇਦਾਰ ਅਫਰੀਕਾ ਤੋਂ ਆਏ ਨੇ, ਉਹ ਕੁਝ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦੇ ਨੇ, ਉਹ ਟਿਕਰੀ ਵੀ ਗਏ ਹੋਏ ਨੇ ਇਸ ਵਕਤ। ਅਸੀਂ ਸਾਰੇ ਜਿਹੜੇ NRIs ਨੇ ਇਹਦੇ 'ਚ ਯੋਗਦਾਨ ਪਾਇਆ। ਜਿਹੜੀਆਂ ਜਥੇਬੰਦੀਆਂ, ਖਾਲਸਾ ਏਡ ਨੇ ਵਿਸ਼ੇਸ਼ ਤੌਰ ਤੇ ਬਹੁਤ ਆਰਗੇਨਾਈਜ਼ ਤਰੀਕੇ ਨਾਲ ਇਸ ਨੂੰ ਸਸਟੇਨ ਕੀਤਾ। ਹਾਲਾਂਕਿ ਇਹ ਕੰਮ SGPC ਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਾਂ ਯੂਨਾਈਟਿਡ ਸਿੱਖਸ ਅਤੇ ਹੋਰ ਜਥੇਬੰਦੀਆਂ ਜਿਹੜੀਆਂ ਇਸ ਨੂੰ ਮਦਦ ਕਰ ਰਹੀਆਂ ਨੇ, ਤੇ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੇ,
ਹਰ ਵਰਗ ਦੇ ਲੋਕਾਂ ਨੇ, ਕੀ ਹਿੰਦੂ ਤੇ ਕੀ ਮੁਸਲਮਾਨ, ਕੀ ਸਿੱਖ ਤੇ ਕੀ ਈਸਾਈ, ਕੀ ਜੈਨੀ ਤੇ ਕੀ ਬੋਧੀ, ਕੀ ਪੜ੍ਹੇ ਲਿਖੇ ਤੇ ਕੀ ਅਨਪੜ੍ਹ, ਤੇ ਕੀ ਔਰਤਾਂ ਤੇ ਕੀ ਸਾਡੇ ਪੁਰਸ਼ਾਂ ਨੇ, ਮਰਦਾਂ ਨੇ ਜਿਹੜੀ ਇਹਦੇ ਵਿੱਚ ਮਦਦ ਕੀਤੀ ਹੈ। ਬਹੁਤ ਵੱਡਾ ਸੁਨੇਹਾ। ਅਗਰ ਮੈਂ ਕਹਿ ਦਿਆਂ ਕਿ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਸਾਰੀ ਦੁਨੀਆ 'ਚ ਇਸ ਤਰ੍ਹਾਂ ਦਾ ਕੋਈ ਸ਼ਾਂਤਮਈ ਐਜੀਟੇਸ਼ਨ ਅੱਜ ਤੱਕ ਨਹੀਂ ਹੋਈ। ਇਸ ਲਈ ਆਪਾਂ ਇਸ ਨੂੰ ਹਰ ਕੀਮਤ ਤੇ ਆਪਾਂ ਇਸ ਨੂੰ ਕਾਮਯਾਬ ਕਰਨਾ, ਤੇ ਬੀਜੇਪੀ ਅਤੇ ਆਪਣੀ ਐਂਟੀ ਫੋਰਸਿਸ ਨੂੰ ਇੱਕ ਵੀ ਮੌਕਾ ਨਹੀਂ ਦੇਣਾ ਜਿਹਦੇ ਨਾਲ ਸਾਨੂੰ ਉਹ ਕਿਸੇ ਤਰ੍ਹਾਂ ਨਾਲ ਵੀ ਕੋਈ ਗਲਤ ਲੇਬਲ ਲਾ ਸਕਣ ਤੇ ਸਾਡੇ ਵਿੱਚ ਪਾੜਾ ਪਾ ਸਕਣ ਤੇ ਆਪਣੀ ਰਾਜਨੀਤੀ ਖੇਡ ਸਕਣ। ਮੈਨੂੰ ਉਮੀਦ ਹੈ ਕਿ ਸਾਰੇ ਸੁਲਝੇ ਹੋਏ ਸਮਝਦਾਰ ਜਿਹੜੇ ਲੋਕ ਨੇ ਇਸ ਨੂੰ ਮੇਰੇ ਸੁਨੇਹੇ ਨੂੰ ਸ਼ੇਅਰ ਵੀ ਕਰਨਗੇ ਤੇ ਇਸ ਨੂੰ ਸਵੀਕਾਰ ਵੀ ਕਰਨਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।